ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਝੁੜਵੀਆਂ ਖਬਰਾਂ। ਅਮਰੀਕਾ ਵੱਲੋਂ ਕੈਨੇਡਾ ਮੈਕਸੀਕੋ ਸਰਹੱਦ ਤੇ ਨਵੇਂ ਨਿਯਮ ਲਾਗੂ। ਕੈਨੇਡੀਅਨ ਸੰਸਦ ਮੈਂਬਰ ਬ੍ਰੈਡ ਵਿਸ ਵੱਲੋਂ ਸੰਸਦ ਦੇ ਗਲਿਆਰਿਆਂ ਵਿੱਚ ਉਠਾਈ ਜਾਏਗੀ ਅੰਮ੍ਰਿਤਸਰ ਲਈ ਉਡਾਣਾਂ ਦੀ ਮੰਗ। 5G ਨੈਟਵਰਕ ਅਸਥਾਈ ਰੂਪ ਵਿੱਚ ਅੱਗੇ ਪਾਉਣ ਤੋਂ ਬਾਅਦ ਅਮਰੀਕਾ ਲਈ ਐਮੀਰੇਟਸ ਨੇ ਦੁਬਾਰਾ ਹਵਾਈ ਸੇਵਾ ਸ਼ੁਰੂ ਕੀਤੀ। ਮੈਕਸੀਕੋ ਵਿੱਚ ਪ੍ਰਵਾਸੀਆਂ ਨਾਲ ਭਰੀ ਨਕਲੀ ਐਂਬੂਲੈਂਸ ਮਿਲੀ। ਸਰਹੱਦ ਪਾਰ ਕਰਕੇ ਜਾਣਾ ਚਾਹੁੰਦੇ ਸਨ ਅਮਰੀਕਾ। ਅਮਰੀਕੀ ਰਾਸ਼ਟਰਪਤੀ ਨੇ ਸੁਰੱਖਿਆ ਟੀਮ ਨਾਲ ਯੂਕਰੇਨ ਤੇ ਕੀਤੀ ਚਰਚਾ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਲੱਗੀ ਭਿਆਨਕ ਅੱਗ, ਇਲਾਕੇ ਨੂੰ ਕਰਵਾਇਆ ਗਿਆ ਖਾਲੀ। ਅਮਰੀਕਾ ਵਿੱਚ ਜ਼ਿਆਦਾਤਰ ਰਾਜਾਂ ਵਿੱਚ ਕੋਵਿਡ ਮਾਮਲਿਆਂ ਵਿੱਚ ਆਈ ਕਮੀ, ਹਾਲਾਤ ਹੋਏ ਸਥਿਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਨੇ ਕੈਨੇਡਾ ਅਤੇ ਮੈਕਸੀਕੋ ਨਾਲ ਜੁੜੀਆਂ ਆਪਣੀਆਂ ਸਰਹੱਦਾਂ ਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਨੇ, ਜਿਨ੍ਹਾਂ ਮੁਤਾਬਕ ਹੁਣ ਕੈਨੇਡੀਅਨ ਨਾਗਰਿਕਾਂ ਸਣੇ ਉਹ ਵਿਦੇਸ਼ੀ ਯਾਤਰੀ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਣਗੇ, ਜਿਨ੍ਹਾਂ ਨੇ ਹੁਣ ਤੱਕ ਕਰੋਨਾ ਵੈਕਸੀਨ ਦੀਆਂ ਖੁਰਾਕਾਂ ਨਹੀਂ ਲਈਆਂ। ਕੈਨੇਡਾ ਨੇ ਆਪਣੇ ਵਾਲੇ ਪਾਸੇ 15 ਜਨਵਰੀ ਤੋਂ ਇਹ ਨਿਯਮ ਲਾਗੂ ਕਰ ਦਿੱਤੇ ਸਨ। 22 ਜਨਵਰੀ ਤੋਂ ਲਾਗੂ ਹੋਏ ਨਿਯਮਾਂ ਮੁਤਾਬਕ ਜ਼ਮੀਨੀ ਸਰਹੱਦ ਰਾਹੀਂ ਅਮਰੀਕਾ ਆਉਣ ਵਾਲੇ ਟਰੱਕ ਡਰਾਈਵਰਾਂ ਸਣੇ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਵੈਕਸੀਨ ਲਾਜ਼ਮੀ ਕਰ ਦਿੱਤੀ ਗਈ ਹੈ। ਹੁਣ ਜਿਹੜਾ ਵੀ ਵਿਦੇਸ਼ੀ ਯਾਤਰੀ ਜ਼ਰੂਰੀ ਜਾਂ ਗੈਰ ਯਾਤਰਾ ਲਈ ਅਮਰੀਕਾ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਰਹੱਦ ਤੇ ਵੈਕਸੀਨੇਸ਼ਨ ਦਾ ਸਬੂਤ ਦਿਖਾਉਣਾ ਹੋਏਗਾ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਸੰਸਦ ਮੈਂਬਰ ਬ੍ਰੈਡ ਵਿਸ ਵੱਲੋਂ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਸੰਬੰਧੀ ਪਾਰਲੀਮੈਂਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਨੂੰ ਸਪਾਂਸਰ ਕਰਨ ਅਤੇ ਸਿੱਧੀਆਂ ਉਡਾਣਾਂ ਦੀ ਸਰਗਰਮੀ ਨਾਲ ਵਕਾਲਤ ਕਰਨ ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ। ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਕੈਨੇਡਾ ਵਾਸੀ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕੈਨੇਡਾ ਦੇ ਵੈਨਕੂਵਰ ਅਤੇ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਉਡਾਣਾਂ ਬਾਰੇ ਪ੍ਰਵਾਸੀ ਪੰਜਾਬੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਦੇ ਵਸਨੀਕ ਅਤੇ ਫਲਾਈ ਅੰਮ੍ਰਿਤਸਰ ਦੇ ਕੈਨੇਡਾ ਤੋਂ ਬੁਲਾਰੇ ਮੋਹਿਤ ਤੰਜੂ ਵੱਲੋਂ ਸੰਸਦ ਵਿੱਚ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਸੀ। ਇਸ ਲਈ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨੀਅਨ ਹਲਕੇ ਦੀ ਨੁਮਾਇੰਦਗੀ ਕਰਦੇ ਐਮਪੀ ਬ੍ਰੈਡ ਵਿਸ ਨੂੰ ਸਮਰਥਨ ਦੇਣ ਲਈ ਪਹੁੰਚ ਕੀਤੀ ਸੀ। ਇਸ ਤੋਂ ਉਪਰੰਤ ਇਹ ਪਟੀਸ਼ਨ ਹੁਣ 11 ਫਰਵਰੀ ਤੱਕ ਪਾਰਲੀਮੈਂਟ ਦੀ ਵੈਬਸਾਈਟ ਤੇ ਕੈਨੇਡਾ ਨਿਵਾਸੀਆਂ ਦੇ ਦਸਤਖਤ ਕਰਨ ਲਈ ਖੁੱਲੀ ਰਹੇਗੀ ਅਤੇ ਹੁਣ ਤੱਕ ਇਸ ਤੇ 6500 ਤੋਂ ਵੱਧ ਦਸਤਖਤ ਵੀ ਕੀਤੇ ਜਾ ਚੁੱਕੇ ਨੇ। ਐਮਪੀ ਬ੍ਰੈਡ ਵਿਸ ਨੇ ਸੋਸ਼ਲ ਮੀਡੀਆ ਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਮੇਰੇ ਹਲਕੇ ਅਤੇ ਪੂਰੇ BC ਸੂਬੇ ਵਿੱਚ ਬਹੁਤ ਸਾਰੇ ਵਾਸੀਆਂ ਦੇ ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਪਰਿਵਾਰਕ ਸੰਬੰਧ ਨੇ, ਜਿਸ ਕਾਰਨ ਉਹ ਅਕਸਰ ਹਵਾਈ ਸਫ਼ਰ ਕਰਦੇ ਨੇ। ਸਾਲਾਂ ਤੋਂ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਵੈਨਕੂਵਰ ਜਾਂ ਐਬਸਟਫੋਰਡ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਅਜੇ ਵੀ ਮੌਜੂਦ ਨਹੀਂ ਹੈ। ਮੈਨੂੰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਹਾਊਸ ਆਫ ਕਾਮਨਜ਼ ਦੀ ਪਟੀਸ਼ਨ ਦਾ ਸਮਰਥਨ ਕਰਨ ਤੇ ਮਾਣ ਹੈ, ਜਿਸ ਵਿੱਚ ਕੈਨੇਡਾ ਸਰਕਾਰ ਨੂੰ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਲਈ ਵਿਕਲਪਾਂ ਦੀ ਖੋਜ ਕਰਨ ਲਈ ਕਿਹਾ ਗਿਆ। ਇਸ ਪਟੀਸ਼ਨ ਨੂੰ ਦਾਇਰ ਕਰਨ ਸੰਬੰਧੀ ਮੋਹਿਤ ਤੰਜੂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਇਸ ਪਟੀਸ਼ਨ ਤੇ ਕੈਨੇਡਾ ਦੇ ਪੰਜਾਬੀਆਂ ਤੋਂ ਵੱਡੇ ਪੱਧਰ ਤੇ ਸਮਰਥਨ ਦੀ ਉਮੀਦ ਹੈ, ਕਿਉਂਕਿ ਲੋਕ ਦਿੱਲੀ ਰਾਹੀਂ ਲੰਬੀ ਯਾਤਰਾ ਦੀਆਂ ਮੁਸ਼ਕਲਾਂ ਤੋਂ ਤੰਗ ਆ ਚੁੱਕੇ ਨੇ। ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਹਾਊਸ ਆਫ ਕਾਮਨਜ਼ ਵਿੱਚ ਪਾਈਆਂ ਪਟੀਸ਼ਨਾਂ ਕਿਸੇ ਵੀ ਹਲਕੇ ਦੇ ਲੋਕਾਂ ਲਈ ਆਪਣੇ ਮੁੱਦੇ ਕੈਨੇਡਾ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਇੱਕ ਵਧੀਆ ਸਾਧਨ ਨੇ। ਇਸ ਪਟੀਸ਼ਨ ਤੇ ਕਿਸੇ ਵੀ ਕੈਨੇਡੀਅਨ ਨਾਗਰਿਕ ਜਾਂ ਨਿਵਾਸੀ ਦੁਆਰਾ ਦਸਤਖਤ ਕੀਤੇ ਜਾ ਸਕਦੇ ਨੇ, ਚਾਹੇ ਉਹਨਾਂ ਦੀ ਉਮਰ ਕੋਈ ਵੀ ਹੋਵੇ। ਅਮਰੀਕਾ ਦੇ ਹਵਾਈ ਅੱਡਿਆਂ ਨੇੜੇ 5G ਨੈਟਵਰਕ ਨੂੰ ਕੁਝ ਸਮਾਂ ਹੋਰ ਅੱਗੇ ਪਾਉਣ ਦੀ ਟੈਲੀਫੋਨ ਕੰਪਨੀਆਂ ਦੀ ਸਹਿਮਤੀ ਤੋਂ ਬਾਅਦ ਕਈ ਅੰਤਰਰਾਸ਼ਟਰੀ 에ਅਰਲਾਈਨਜ਼ ਨੇ ਆਪਣੀ ਹਵਾਈ ਸੇਵਾ ਅਮਰੀਕਾ ਲਈ ਦੁਬਾਰਾ ਖੋਲ੍ਹ ਦਿੱਤੀ ਹੈ। ਇਸ ਵਿੱਚ ਪਹਿਲੀ ਦੁਬਈ ਦੀ ਐਮੀਰੇਟਸ 에ਅਰਲਾਈਨਜ਼ ਨੇ ਕੀਤੀ ਹੈ। 에ਅਰਲਾਈਨਜ਼ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਮੁੜ 380 ਬੋਸਟਨ, ਹਿਊਸਟਨ ਅਤੇ ਸਾਨ ਫਰਾਂਸਿਸਕੋ ਸਮੇਤ 6 ਥਾਵਾਂ ਲਈ ਉਡਾਣਾਂ ਜਾਣਗੀਆਂ ਅਤੇ ਸ਼ਨੀਚਰਵਾਰ ਵਾਪਸ 777 ਜਹਾਜ਼ਾਂ 'ਚ ਵਾਪਸ ਆਉਣਗੀਆਂ। ਭਾਰਤ ਸਮੇਤ ਕਈ ਮੁਲਕਾਂ ਨੇ ਮੰਗਲਵਾਰ ਤੋਂ ਅਮਰੀਕਾ ਵਿੱਚ ਹਵਾਈ ਅੱਡਿਆਂ ਦੇ 2 ਮੀਲ ਦੇ ਨੇੜੇ 5G ਨੈਟਵਰਕ ਨੂੰ ਲੈ ਕੇ ਚੱਲ ਰਹੇ ਅੜਿੱਕੇ ਕਾਰਨ ਆਪਣੀਆਂ ਉਡਾਣਾਂ ਅਮਰੀਕਾ ਲਈ ਬੰਦ ਕਰ ਦਿੱਤੀਆਂ ਸਨ। ਯਾਦ ਰਹੇ 5G ਨੈਟਵਰਕ ਜੋ ਅਜੇ 2 ਅਮਰੀਕੀ ਕੰਪਨੀਆਂ AT&T ਅਤੇ ਵੈਰੀਜ਼ੋਨ ਦੁਆਰਾ ਲਾਂਚ ਕੀਤਾ ਗਿਆ ਹੈ, ਹੁਣ ਅਸਥਾਈ ਰੂਪ 'ਚ ਰੋਕ ਦਿੱਤਾ ਗਿਆ ਹੈ। ਐਮੀਰੇਟਸ 에ਅਰਲਾਈਨਜ਼ ਦੇ ਪ੍ਰਧਾਨ
ਟਿਮ ਕਲਾਰਕ ਨੇ ਕਿਹਾ ਕਿ ਅਸੀਂ ਨਵੀਨਤਮ ਵਿਕਾਸ ਦਾ ਸਵਾਗਤ ਕਰਦੇ ਹਾਂ ਜੋ ਸਾਨੂੰ ਯਾਤਰੀਆਂ ਅਤੇ ਮਾਲ ਸ਼ਿਪਰਾਂ ਦੀ ਸੇਵਾ ਕਰਨ ਲਈ ਅਮਰੀਕਾ ਲਈ ਜ਼ਰੂਰੀ ਟਰਾਂਸਪੋਰਟ ਲਿੰਕਾਂ ਨੂੰ ਮੁੜ ਸ਼ੁਰੂ ਕਰਨ ਦੇ ਯੋਗ ਬਣਾਉਂਦਾ ਹੈ। ਹਾਲਾਂਕਿ ਇਹ ਅਸਥਾਈ ਰਾਹਤ ਹੈ ਜਦੋਂ ਕਿ ਇਸ ਦੇ ਪੱਕੇ ਹੱਲ ਦੀ ਤੁਰੰਤ ਜ਼ਰੂਰਤ ਹੈ। ਉਮੀਦ ਹੈ ਕਿ ਬਾਕੀ ਮੁਲਕਾਂ ਤੋਂ ਵੀ ਬੰਦ ਪਈਆਂ ਉਡਾਣਾਂ ਇਸੇ ਹਫ਼ਤੇ ਸ਼ੁਰੂ ਹੋ ਜਾਣਗੀਆਂ। ਮੈਕਸੀਕੋ ਵਿੱਚ ਇੱਕ ਫਰਜ਼ੀ ਐਂਬੂਲੈਂਸ ਫੜੀ ਗਈ ਹੈ ਜਿਸ ਵਿੱਚ 28 ਪ੍ਰਵਾਸੀ ਸਵਾਰ ਸਨ ਤੇ ਸਰਹੱਦ ਪਾਰ ਕਰਕੇ ਅਮਰੀਕਾ ਜਾਣਾ ਚਾਹੁੰਦੇ ਸਨ। ਇਹ ਸਾਰੇ ਨਿਕਾਰਾਗੁਆ ਨਾਲ ਸੰਬੰਧਿਤ ਨੇ। ਮੈਕਸੀਕੋ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ ਲੋਕ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਕਈ ਤਰ੍ਹਾਂ ਦੇ ਅਨੋਖੇ ਤੌਰ ਤਰੀਕੇ ਅਪਣਾ ਰਹੇ ਨੇ। ਉਹਨਾਂ ਨੇ ਕਿਹਾ ਕਿ ਵਾਹਨ ਉੱਤੇ ਸਰਕਾਰੀ ਹਸਪਤਾਲ ਨੈਟਵਰਕ ਦੇ ਨਕਲੀ ਲੋਗੋ ਲਗਾਏ ਗਏ ਸਨ। ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ ਨੇ ਕਿਹਾ ਕਿ ਡਰਾਈਵਰ ਨੇ ਖੁਦ ਨੂੰ ਸਿਹਤ ਕਾਮਾ ਦੱਸਿਆ ਤੇ ਜਾਂਚ ਮਗਰੋਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਜਿਹੇ ਪ੍ਰਵਾਸੀਆਂ ਨੂੰ ਆਮ ਤੌਰ ਉੱਤੇ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਂਦਾ ਹੈ ਜੇਕਰ ਉਹ ਕਿਸੇ ਤਰ੍ਹਾਂ ਦੇ ਅਪਰਾਧ ਦੇ ਪੀੜਤ ਹੋਣ ਤਾਂ ਰਿਹਾਇਸ਼ ਦੀ ਅਰਜ਼ੀ ਉੱਤੇ ਵਿਚਾਰ ਕੀਤਾ ਜਾਂਦਾ ਹੈ। ਅਮਰੀਕਾ ਹਮੇਸ਼ਾ ਹੀ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਰਿਹਾ ਹੈ। ਉਸੇ ਲਾਈਨ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਮੀਟਿੰਗ ਕੀਤੀ। ਇਸ ਬੈਠਕ ਵਿੱਚ ਉਹਨਾਂ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਵੀ ਮੌਜੂਦ ਸਨ। ਬੈਠਕ ਤੋਂ ਇੱਕ ਦਿਨ ਬਾਅਦ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਜਨੇਵਾ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨਾਲ ਮੁਲਾਕਾਤ ਕੀਤੀ। ਇਹ ਜਾਣਕਾਰੀ ਵਾਈਟ ਹਾਊਸ ਦੇ ਪ੍ਰੈਸ ਪੂਲ ਨੇ ਦਿੱਤੀ ਹੈ। ਰਾਸ਼ਟਰਪਤੀ ਜੋ ਬਾਈਡਨ ਮੁਲਾਕਾਤ ਬਾਰੇ ਵਾਈਟ ਹਾਊਸ ਨੇ ਦੱਸਿਆ, ਅੱਜ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਵਿਅਕਤੀਗਤ ਤੌਰ ਤੇ ਮੁਲਾਕਾਤ ਕੀਤੀ ਅਤੇ ਕੈਂਪ ਡੇਵਿਡ ਵਿਖੇ ਯੂਕਰੇਨ ਦੇ ਖਿਲਾਫ ਚੱਲ ਰਹੇ ਰੂਸੀ ਹਮਲੇ ਬਾਰੇ ਅਸਲ ਵਿੱਚ ਚਰਚਾ ਕੀਤੀ। ਰਾਸ਼ਟਰਪਤੀ ਜੋ ਬਾਈਡਨ ਨੂੰ ਯੂਕਰੇਨ ਦੀਆਂ ਸਰਹੱਦਾਂ ਤੇ ਰੂਸੀ ਫੌਜੀ ਕਾਰਵਾਈਆਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਸਾਡੀ ਸਾਰੀ ਯਤਨਾਂ ਤੇ ਚਰਚਾ ਕੀਤੀ ਗਈ ਹੈ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਿਆਨਕ ਅੱਗ ਨੇ ਬਿਗ ਸੂਰ ਇਲਾਕੇ ਦੇ ਜੰਗਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਕਿ ਇਸ ਇਲਾਕੇ ਨੂੰ ਖਾਲੀ ਕਰਵਾ ਕੇ ਮੇਨ ਰੋਡ ਨੂੰ ਬੰਦ ਕਰ ਦਿੱਤਾ ਗਿਆ। ਅੱਗ ਲੱਗਣ ਦੀ ਸ਼ੁਰੂਆਤ ਸ਼ੁੱਕਰਵਾਰ ਰਾਤ ਇਲਾਕੇ ਦੀ ਇੱਕ ਘਾਟੀ ਵਿੱਚ ਵਾਪਰੀ ਸੀ ਜਿਸ ਤੋਂ ਬਾਅਦ 80 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾਵਾਂ ਕਾਰਨ ਇਹ ਕੈਲੀਫੋਰਨੀਆ ਦੇ ਸਮੁੰਦਰੀ ਤੱਟ ਤੱਕ ਫੈਲ ਗਈ ਸੀ। ਕੈਲੀਫੋਰਨੀਆ ਦੇ ਫੋਰੈਸਟ ਡਿਪਾਰਟਮੈਂਟ ਦੇ ਬੁਲਾਰੇ ਜੂਲੀਅਨ ਨੇ ਕਿਹਾ ਕਿ ਅੱਗ ਕਾਰਨ 6 ਕਿਲੋਮੀਟਰ ਇਲਾਕੇ ਦੇ ਦਰਖਤ ਸੜ ਗਏ ਨੇ। ਤੇਜ਼ ਹਵਾ ਦੇ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਕਾਰਮੇਲ ਅਤੇ ਬਿਗ ਸੂਰ ਦੇ ਵਿੱਚ ਘੱਟ ਆਬਾਦੀ ਵਾਲੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ। ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ NGO ਮਿਲ ਕੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਤੱਕ ਸਿਰਫ 5% ਅੱਗ ਤੇ ਹੀ ਕੰਟਰੋਲ ਕੀਤਾ ਜਾ ਸਕਿਆ ਹੈ। ਬਿਗ ਸੂਰ ਇਲਾਕੇ ਵਿੱਚ 2017 ਅਤੇ ਪਿਛਲੇ ਸਾਲ ਵੀ ਭਾਰੀ ਵਰਖਾ ਕਾਰਨ ਸੜਕ ਰੁੜ ਗਈ ਸੀ। ਇਸ ਕਾਰਨ ਇੱਥੇ ਕਾਫੀ ਸੰਭਾਲ ਕੇ ਕੰਮ ਕੀਤਾ ਜਾ ਰਿਹਾ। ਇਹ ਰਾਹਤ ਕਾਰਜਾਂ ਵਿੱਚ ਹੋਰ ਜ਼ਿਆਦਾ ਦੇਰੀ ਹੋ ਰਹੀ ਹੈ। ਹਾਲਾਂਕਿ ਇਸ ਇਲਾਕੇ ਵਿੱਚ ਹਵਾ ਰੁਕ ਗਈ ਹੈ ਜਿਸ ਕਾਰਨ ਫਾਇਰ ਕਰਮੀਆਂ ਨੂੰ ਮਦਦ ਮਿਲ ਰਹੀ ਹੈ। ਕੈਲੀਫੋਰਨੀਆ ਵਿੱਚ ਸੇਨੋਮਾ ਕਾਉਂਟੀ ਵਿੱਚ ਫਾਇਰ ਕਰਮੀਆਂ ਨੇ 5 ਏਕੜ ਵਿੱਚ ਲੱਗੀ ਅੱਗ ਨੂੰ ਬੁਝਾ ਦਿੱਤਾ ਹੈ। ਲੇਕਿਨ ਸਿਆਰਾ ਨਿਵਾਦਾ ਅਤੇ ਕਿਰਕਵੁੱਡ ਮਾਊਂਟੇਨ ਰਿਜ਼ੋਰਟ ਵਿੱਚ 226 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਨੇ। ਇਸ ਕਾਰਨ ਇੱਥੇ ਅੱਗ ਨੂੰ ਕਾਬੂ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੱਖਣੀ ਕੈਲੀਫੋਰਨੀਆ ਦੇ ਸਾਂਤਾ ਕਲੈਰਿਟਾ ਵਿੱਚ ਵੀ 144 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਕਾਰਨ ਕਈ ਦਰੱਖਤ ਅਤੇ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ। ਅਮਰੀਕਾ ਦੇ ਉਹਨਾਂ ਰਾਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਜਿਨ੍ਹਾਂ ਵਿੱਚ ਕੋਵਿਡ ਮਾਮਲੇ ਸਥਿਰ ਹਨ ਜਾਂ ਘਟੇ ਹਨ। ਜਨਵਰੀ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਪਰ ਜੌਹਨ ਹੌਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਇਸ ਹਫ਼ਤੇ ਜ਼ਿਆਦਾਤਰ ਰਾਜਾਂ ਵਿੱਚ ਕੋਵਿਡ ਮਾਮਲਿਆਂ 'ਚ ਖੜੋਤ ਆ ਗਈ ਹੈ ਜਾਂ ਘਟ ਗਏ ਨੇ। ਪਰ ਇਸ ਦੇ ਨਾਲ ਹੀ ਅਮਰੀਕਾ ਦੇ ਕੁਝ ਖੇਤਰਾਂ 'ਚ ਕੋਵਿਡ-19 ਦੇ ਓਮਿਕਰੌਨ ਰੂਪ ਕਾਰਨ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਹਸਪਤਾਲਾਂ ਤੇ ਦਬਾਅ ਵੱਧ ਗਿਆ ਹੈ ਤੇ ਹਸਪਤਾਲਾਂ ਵਿੱਚ ICU ਪੂਰੀ ਤਰ੍ਹਾਂ ਭਰ ਚੁੱਕੇ ਨੇ। ਸਟਾਫ ਦੀ ਘਾਟ ਕਾਰਨ ਵੀ ਹਸਪਤਾਲਾਂ ਤੇ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਨੇ। ਯੂਨੀਵਰਸਿਟੀ ਆਫ ਮਿਸੌਰੀ ਹੈਲਥ ਕੇਅਰ ਦੇ ਮੁਖੀ ਡਾਕਟਰ ਲੌਰਾ ਹਿਸਮਨ ਨੇ ਕਿਹਾ ਹੈ ਜੋ ਕੁਝ ਸਮਾਜ ਵਿੱਚ ਵਾਪਰ ਰਿਹਾ ਹੈ ਉਸ ਨੂੰ ਦੇਖਦਿਆਂ ਹਸਪਤਾਲਾਂ ਦੇ ਪ੍ਰਬੰਧ ਨਾ ਕਾਫੀ ਹਨ। ਜੇਕਰ ਮੈਨੂੰ ਕੋਵਿਡ-19 ਹੋ ਜਾਵੇ ਤਾਂ ਮੈਨੂੰ ਹਸਪਤਾਲ ਦਾਖਲ ਹੋਣ ਲਈ 1 ਜਾਂ 2 ਹਫ਼ਤਿਆਂ ਦੀ ਉਡੀਕ ਕਰਨੀ ਪਏਗੀ। ਅਲਬਾਮਾ ਵਿੱਚ ਪਿਛਲੇ ਹਫ਼ਤੇ ਮਾਮਲੇ ਦੁੱਗਣੇ ਹੋ ਗਏ ਹਨ। ICU ਖਾਲੀ ਨਹੀਂ ਨੇ। ਇਸ ਤੋਂ ਇਲਾਵਾ ਕੋਵਿਡ-19 ਤੋਂ ਪ੍ਰਭਾਵਿਤ ਮੈਡੀਕਲ ਸਟਾਫ ਦੀ ਵਧੀ ਗਿਣਤੀ ਕਾਰਨ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਮੌਂਟਗੋਮਰੀ ਵਿੱਚ ਪਲਮੋਨੋਲੋਜਿਸਟ ਡਾਕਟਰ ਡੇਵਿਡ ਥ੍ਰੈਸ਼ਰ ਨੇ ਕੋਵਿਡ-19 ਦੇ ਮੌਜੂਦਾ ਹਾਲਾਤ ਉੱਪਰ ਪ੍ਰਤੀਕਿਰਮਾ ਦਿੰਦਿਆਂ ਕਿਹਾ ਕਿ ਸਾਡੇ ICU ਭਰੇ ਹੋਏ ਨੇ ਤੇ ਅਸੀਂ ਬਹੁਤ ਹੀ ਬੁਰੇ ਹਾਲਾਤ ਵਿੱਚ ਹਾਂ।
ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਅਮਰੀਕਾ ਮਹਿੰਗਾਈ ਦੇ ਦੌਰ ਵਿੱਚ ਸਾਹਮਣਾ ਕਰ ਰਿਹਾ। ਦੁਨੀਆ ਭਰ ਵਿੱਚ ਖਪਤਕਾਰ, ਕਾਰੋਬਾਰ ਜਗਤ ਅਤੇ ਨੀਤੀ ਨਿਰਮਾਣਕਰਤਾਵਾਂ ਨੂੰ ਉਲਝਣ ਚ ਪਾਉਣ ਵਾਲੀ ਮਹਿੰਗਾਈ ਨੇ ਅਮਰੀਕਾ ਵਿੱਚ ਤਿੱਖੀ ਬਹਿਸ ਛੇੜ ਦਿੱਤੀ ਹੈ। ਰਾਸ਼ਟਰਪਤੀ ਜੋ ਬਾਈਡਨ ਦੀ ਸਰਕਾਰ ਦਾ ਕਹਿਣਾ ਹੈ ਕਿ ਏਸ਼ੀਆ ਵਿੱਚ ਫੈਕਟਰੀਆਂ ਦੇ ਬੰਦ ਹੋਣ ਅਤੇ ਸਮੁੰਦਰੀ ਰਸਤੇ ਜ਼ਰੀਏ ਮਾਲ ਸਪਲਾਈ ਵਿੱਚ ਮੁਸ਼ਕਲ ਕਾਰਨ ਦੁਨੀਆ ਭਰ 'ਚ ਕੀਮਤਾਂ ਵਧੀਆਂ ਨੇ। ਵਾਈਟ ਹਾਊਸ ਦੇ ਅਧਿਕਾਰੀ ਦੱਸਦੇ ਨੇ ਕਿ ਯੂਰਪ ਸਮੇਤ ਦੂਜੇ ਦੇਸ਼ਾਂ 'ਚ ਵੀ ਕੀਮਤਾਂ ਰਿਕਾਰਡ ਉਚਾਈਆਂ ਤੇ ਪਹੁੰਚ ਰਹੀਆਂ ਨੇ। ਅਰਥ ਸ਼ਾਸਤਰੀਆਂ ਦੀ ਰਾਏ ਹੈ ਕਿ ਅਮਰੀਕਾ ਵਿੱਚ 40 ਸਾਲ 'ਚ ਮਹਿੰਗਾਈ ਸਭ ਤੋਂ ਵੱਧ ਹੋਣ ਦਾ ਇੱਕ ਕਾਰਨ ਸਰਕਾਰ ਦੀਆਂ ਨੀਤੀਆਂ ਨੇ। ਕਈ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਮਹਾਮਾਰੀ ਵਿਚਕਾਰ ਸਰਕਾਰ ਤੋਂ ਨਗਦ ਸਹਾਇਤਾ ਮਿਲਣ ਤੇ ਖਪਤਕਾਰਾਂ ਨੇ ਬਹੁਤ ਜ਼ਿਆਦਾ ਖਰਚ ਕੀਤਾ ਹੈ। ਉਹ ਮੰਨਦੇ ਨੇ ਕਿ ਗਲੋਬਲ ਟ੍ਰੈਂਡ ਨੇ ਵੀ ਮਹਿੰਗਾਈ ਦੀ ਅੱਗ 'ਚ ਘਿਓ ਦਾ ਕੰਮ ਕੀਤਾ ਹੈ। ਮੈਸਾਚੂਸੇਟਸ ਟੈਕਨੋਲੋਜੀ ਇੰਸਟੀਚਿਊਟ ਵਿੱਚ ਅਰਥ ਸ਼ਾਸਤਰੀ ਕ੍ਰਿਸਟੀਨ ਫੋਬਰਸ ਕਹਿੰਦੇ ਨੇ ਕਿ ਕੀਮਤਾਂ ਵਿੱਚ ਵਾਧੇ ਲਈ ਗਲੋਬਲ ਕਾਰਨ ਜ਼ਿੰਮੇਵਾਰ ਨੇ, ਪਰ ਘਰੇਲੂ ਮੰਗ ਵੀ ਬਹੁਤ ਮਹੱਤਵਪੂਰਨ ਹੈ। ਸਰਕਾਰ ਨੇ ਮਹਿੰਗਾਈ ਨਾਲ ਨਜਿੱਠਣ ਲਈ ਘਰੇਲੂ ਨਿਰਮਾਣ ਵਧਾਉਣ ਅਤੇ ਵਿਦੇਸ਼ਾਂ ਤੋਂ ਸਮਾਨ ਸਪਲਾਈ ਦੀ ਸਥਿਤੀ ਵਿੱਚ ਸੁਧਾਰ ਦੇ ਕਦਮ ਚੁੱਕੇ ਨੇ। ਇਸ ਸਮੇਂ ਅਮਰੀਕਾ ਵਿੱਚ ਦੁਨੀਆ ਭਰ ਤੋਂ ਵੱਡੇ ਪੱਧਰ ਤੇ ਖਪਤਕਾਰ ਸਮਾਨ ਦਾ ਆਯਾਤ ਹੋ ਰਿਹਾ। ਅਮਰੀਕੀ ਨੇਵੀ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਉਸਨੇ ਪਿਛਲੇ ਸਾਲ ਯਮਨ ਨੂੰ ਹਥਿਆਰਾਂ ਦੀ ਤਸਕਰੀ ਕਰਦੇ ਹੋਏ ਫੜੇ ਗਏ ਜਹਾਜ਼ ਨੂੰ ਜ਼ਬਤ ਕਰ ਲਿਆ। ਇਹ ਜਹਾਜ਼ ਓਮਾਨ ਦੀ ਖਾੜੀ 'ਚ ਵਿਸਫੋਟਕ ਬਣਾਉਣ 'ਚ ਇਸਤੇਮਾਲ ਹੋਣ ਵਾਲੀ ਸਮੱਗਰੀ ਲੈ ਕੇ ਜਾ ਰਿਹਾ ਸੀ। ਉੱਥੇ ਬ੍ਰਿਟੇਨ ਦੀ ਨੇਵੀ ਨੇ ਕਿਹਾ ਹੈ ਕਿ ਉਸਨੇ ਇਸ ਜਲ ਖੇਤਰ 'ਚ 1048 ਕਿਲੋਗ੍ਰਾਮ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਨੇ। ਅਮਰੀਕੀ ਨੇਵੀ ਦੇ ਮੱਧ ਪੂਰਬੀ ਸਥਿਤ ਬੇੜੇ ਨੇ ਕਿਹਾ ਕਿ ਉਸਦੇ ਗਾਈਡ ਮਿਜ਼ਾਈਲ ਵਿਨਾਸ਼ਕਾਰੀ USS ਕੋਲ ਅਤੇ ਗਸ਼ਤੀ ਜਹਾਜ਼ਾਂ ਨੇ ਮੰਗਲਵਾਰ ਨੂੰ ਇੱਕ ਜਹਾਜ਼ ਨੂੰ ਰੋਕਿਆ ਜੋ ਈਰਾਨ ਤੋਂ ਯਮਨ ਵੱਲ ਜਾ ਰਿਹਾ ਸੀ। ਇਸ ਦੌਰਾਨ ਅਮਰੀਕੀ ਫੌਜ ਨੂੰ ਉਸ 'ਚੋਂ 40 ਟਨ ਯੂਰੀਆ ਸਮੱਗਰੀ ਮਿਲੀ, ਜਿਸ ਦੀ ਵਰਤੋਂ IED ਬਣਾਉਣ ਲਈ ਕੀਤੀ ਜਾਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਨੂੰ ਪਿਛਲੇ ਸਾਲ ਸੋਮਾਲੀਆ ਦੇ ਤੱਟ ਤੇ ਜ਼ਬਤ ਕਰ ਲਿਆ ਗਿਆ ਸੀ ਅਤੇ ਇਸ 'ਚੋਂ ਹਜ਼ਾਰਾਂ ਅਸੌਲਟ ਰਾਈਫਲਾਂ ਅਤੇ ਰਾਕੇਟ ਲਾਂਚਰਾਂ ਸਮੇਤ ਹੋਰ ਹਥਿਆਰ ਮਿਲੇ ਸਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਖੁਲਾਸਾ ਵੀ ਕੀਤਾ ਹੈ ਕਿ ਇੱਕ ਬ੍ਰਿਟਿਸ਼ ਨੇਵੀ ਦੇ ਜਹਾਜ਼ ਨੇ 15 ਜਨਵਰੀ ਨੂੰ ਓਮਾਨ ਦੀ ਖਾੜੀ 'ਚ ਇੱਕ ਕਿਸ਼ਤੀ ਤੋਂ ਲਗਭਗ $26 ਮਿਲੀਅਨ ਮੁੱਲ ਦੇ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਨੇ। ਅਮਰੀਕਾ ਦੇ ਸ਼ਿਕਾਗੋ ਵਿੱਚ ਆਪਣੀ ਮਾਂ ਨਾਲ ਜਾ ਰਹੀ 8 ਸਾਲਾ ਬੱਚੀ ਦੇ ਸਿਰ ਵਿੱਚ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋ ਗਈ। ਹਮਲਾਵਰ ਕਿਸੇ ਹੋਰ ਨੂੰ ਨਿਸ਼ਾਨਾ ਬਣਾ ਰਿਹਾ ਸੀ। ਕੁੱਕ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਨੇ ਐਤਵਾਰ ਨੂੰ ਕਿਹਾ ਕਿ ਪੀੜਤਾ ਦੀ ਪਛਾਣ ਸ਼ਿਕਾਗੋ ਦੀ ਮੇਲਸਾ ਵਜੋਂ ਹੋਈ ਹੈ। ਸ਼ਿਕਾਗੋ ਸਨ ਟਾਈਮਜ਼ ਅਨੁਸਾਰ ਇੱਕ ਪੁਲਿਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੈਲੇਸਾ ਸ਼ਨੀਵਾਰ ਦੁਪਹਿਰ ਨੂੰ ਆਪਣੀ ਮਾਂ ਨਾਲ ਸੜਕ ਤੇ ਸੈਰ ਕਰ ਰਹੀ ਸੀ ਜਦੋਂ ਹਮਲਾਵਰ ਨੇ ਨਜ਼ਦੀਕੀ ਦੁਕਾਨ ਤੋਂ ਬਾਹਰ ਨਿਕਲ ਰਹੇ 26 ਸਾਲਾ ਵਿਅਕਤੀ ਤੇ ਗੋਲੀ ਚਲਾ ਦਿੱਤੀ ਅਤੇ ਗਲਤੀ ਨਾਲ ਗੋਲੀ ਲੜਕੀ ਦੇ ਸਿਰ ਤੇ ਲੱਗ ਗਈ। ਇਹ 26 ਸਾਲਾ ਵਿਅਕਤੀ ਕਥਿਤ ਤੌਰ ਤੇ ਕਿਸੇ ਗਰੋਹ ਦਾ ਮੈਂਬਰ ਹੈ। ਖਬਰ ਮੁਤਾਬਕ ਬੱਚੀ ਨੂੰ ਸ਼ਨੀਵਾਰ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਕੀਤਾ ਗਿਆ। ਉੱਥੇ ਹੀ ਜਿਸ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਦੀ ਪਿੱਠ ਤੇ ਗੋਲੀ ਲੱਗੀ ਹੈ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਉਸ ਦੀ ਹਾਲਤ ਬਾਰੇ ਕੋਈ ਤਾਜ਼ਾ ਜਾਣਕਾਰੀ ਨਹੀਂ ਦਿੱਤੀ। ਪੁਲਿਸ ਸੁਪਰਡੈਂਟ ਡੇਵਿਡ ਬਰਾਊਨ ਨੇ ਕਿਹਾ ਕਿ ਵਿਭਾਗ ਉਦੋਂ ਤੱਕ ਆਰਾਮ ਨਾਲ ਨਹੀਂ ਬੈਠੇਗਾ ਜਦੋਂ ਤੱਕ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ। ਬਰਾਊਨ ਨੇ ਐਤਵਾਰ ਨੂੰ ਟਵੀਟ ਕੀਤਾ, 8 ਸਾਲਾ ਮੇਲਿਸਾ ਦੀ ਦਰਦਨਾਕ ਹੱਤਿਆ ਨੇ ਸਾਡੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਸੇ ਮਾਸੂਮ ਬੱਚੇ ਦੀ ਮੌਤ ਤੋਂ ਬਾਅਦ ਦਿਲਾਸਾ ਦੇਣ ਲਈ ਕੋਈ ਸ਼ਬਦ ਨਹੀਂ। ਪਰਿਵਾਰ ਦਾ ਦੁੱਖ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਸ਼ਿਕਾਗੋ ਵਿੱਚ ਕਤਲ ਦੀਆਂ ਘਟਨਾਵਾਂ ਕਾਫੀ ਵੱਧ ਗਈਆਂ ਨੇ। ਅਮਰੀਕਾ ਦੇ ਵਿਚੀਟਾ ਵਿੱਚ ਇੱਕ ਨੌਜਵਾਨ ਕੇਂਦਰ 'ਚ ਸਟਾਫ ਦੁਆਰਾ ਕਾਰਵਾਈ ਵਿੱਚ ਮਾਰੇ ਗਏ ਇੱਕ ਕਾਲੇ ਨੌਜਵਾਨ ਸੈਡਰਿਕ ਲੌਫਟਨ ਦੀ ਇੱਕ ਵੀਡੀਓ ਸਾਹਮਣੇ ਆਈ, ਜਿਸ ਵਿੱਚ ਇੱਕ 17 ਸਾਲ ਦਾ ਨੌਜਵਾਨ ਕਰਮਚਾਰੀਆਂ ਨਾਲ ਸੰਘਰਸ਼ ਕਰਦਾ ਦਿਖਾਇਆ ਗਿਆ ਹੈ। ਉਸ ਦਾ ਸਿਰ 30 ਮਿੰਟ ਤੋਂ ਵੱਧ ਸਮੇਂ ਤੱਕ ਜ਼ਮੀਨ ਤੇ ਦੱਬਿਆ ਰਿਹਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੈਡਗਵਿਕ ਕਾਉਂਟੀ ਨੇ 24 ਸਤੰਬਰ ਨੂੰ ਸੈਡਰਿਕ ਲੌਫਟਨ ਨੂੰ ਹਸਪਤਾਲ ਲਿਜਾਏ ਜਾਣ ਤੋਂ ਅਗਲੇ ਦਿਨ ਤੋਂ ਸ਼ੁੱਕਰਵਾਰ ਦੁਪਹਿਰ 18 ਵੀਡੀਓ ਕਲਿੱਪ ਜਾਰੀ ਕੀਤੇ ਜੋ ਦਿਖਾਉਂਦੇ ਨੇ ਕਿ ਲੌਫਟਨ ਦੀ ਮੌਤ ਤੋਂ ਪਹਿਲਾਂ ਕੀ ਹੋਇਆ ਸੀ। 2 ਦਿਨ ਬਾਅਦ ਉਸ ਦੀ ਮੌਤ ਹੋ ਗਈ। ਮੰਗਲਵਾਰ ਨੂੰ ਕਲਿੱਪ ਜਾਰੀ ਕਰਨ ਤੋਂ ਬਾਅਦ ਸੈਡਵਿਕ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਮਾਰਕ ਬੈਨੇਟ ਨੇ ਘੋਸ਼ਣਾ ਕੀਤੀ ਹੈ ਕਿ ਉਹ ਰਾਜ ਦੇ ਸਟੈਂਡ ਯੂਅਰ ਗਰਾਊਂਡ ਕਾਨੂੰਨ ਦੇ ਕਾਰਨ ਇਸ ਕੇਸ ਵਿੱਚ ਦੋਸ਼ ਤੈਅ ਨਹੀਂ ਕਰ ਸਕਦਾ ਸੀ, ਕਿਉਂਕਿ ਘਟਨਾ ਵਿੱਚ ਸ਼ਾਮਲ ਕਰਮਚਾਰੀ ਆਪਣਾ ਬਚਾਅ ਕਰ ਸਕਦੇ ਸਨ। ਬੈਨੇਟ ਨੇ ਕਿਹਾ ਕਿ ਉਸਨੇ ਇਹ ਫੈਸਲਾ ਕਰਨ ਲਈ ਵੀ ਸੰਘਰਸ਼ ਕੀਤਾ ਸੀ। ਇਸ ਕੇਸ ਵਿੱਚ ਅਣਇੱਛਿਤ ਕਤਲੇਆਮ ਦਾ ਦੋਸ਼ ਜਾਇਜ਼ ਸੀ, ਪਰ ਸਿੱਟਾ ਕੱਢਿਆ ਕਿ ਅਜਿਹਾ ਨਹੀਂ ਸੀ। ਵੀਡੀਓ ਪੋਸਟ ਕੀਤੇ ਜਾਣ ਤੋਂ ਬਾਅਦ ਸੈਡਗਵਿਕ ਕਾਉਂਟੀ ਦਾ ਇੱਕ ਵਾਪਸ ਕ੍ਰੈਸ਼ ਹੋ ਗਿਆ, ਪਰ ਸ਼ਨੀਵਾਰ ਦੇਰ ਰਾਤ ਤੱਕ ਇਸ ਨੂੰ ਠੀਕ ਕਰ ਦਿੱਤਾ ਗਿਆ।
ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ, ਜਿੱਥੇ ontario ਦੇ ਕਿਚਨਰ ਵਿਖੇ ਪੰਜਾਬੀ ਨੌਜਵਾਨ ਸੰਦੀਪ ਸਿੰਘ ਜੱਸਲ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਸੀ। ਸੰਦੀਪ ਦੇ ਜ਼ੁਰਮ ਕਬੂਲ ਕਰਨ ਮਗਰੋਂ ਜੱਜ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਆਪਣਾ ਫੈਸਲਾ ਸੁਣਾਇਆ। ਦੱਸ ਦਈਏ ਕਿ ਕੈਂਬਰਿਜ ਦੇ ਇੱਕ ਮਕਾਨ 'ਚ ਆਪਣੇ 4 ਹੋਰ ਸਾਥੀਆਂ ਨਾਲ ਰਹਿੰਦੇ ਪੰਜਾਬੀ ਨੌਜਵਾਨ ਅਜੇ ਕੁਮਾਰ ਦਾ 16 ਸਤੰਬਰ 2020 ਨੂੰ ਕਤਲ ਹੋ ਗਿਆ ਸੀ। ਸਰਕਾਰੀ ਵਕੀਲ ਮੁਤਾਬਕ ਸੰਦੀਪ ਸਿੰਘ ਜੱਸਲ ਨੇ ਹੀ ਆਪਣੇ ਭਰਾ ਅਜੇ ਕੁਮਾਰ ਦਾ ਕਤਲ ਕੀਤਾ ਸੀ। ਬੀਤੇ ਸੋਮਵਾਰ 17 ਜਨਵਰੀ ਨੂੰ ਹੂਤੀ ਬਾਗੀਆਂ ਨੇ UAE ਦੇ ਆਬੂ ਧਾਬੀ ਇੰਟਰਨੈਸ਼ਨਲ 에ਅਰਪੋਰਟ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ 'ਚ ਹਮਲਾ ਕੀਤਾ ਸੀ, ਜਿਸ 'ਚ 2 ਭਾਰਤੀ ਅਤੇ 1 ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਸੀ ਅਤੇ 6 ਲੋਕ ਹੋਰ ਜ਼ਖਮੀ ਹੋਏ ਸਨ। ਉਸ ਤੋਂ ਬਾਅਦ ਸਾਊਦੀ ਅਗਵਾਈ ਵਾਲੇ ਗੱਠਜੋੜ ਨੇ ਯਮਨ ਦੀ ਰਾਜਧਾਨੀ ਸਨਾ ਵਿੱਚ ਹਵਾਈ ਹਮਲੇ ਕੀਤੇ ਸਨ। ਇਸ ਤੋਂ ਕੁਝ ਦਿਨਾਂ ਬਾਅਦ ਹੁਣ UAE ਨੇ 1 ਮਹੀਨੇ ਲਈ ਡਰੋਨ ਦੀ ਵਰਤੋਂ ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ। ਰਿਪੋਰਟ ਮੁਤਾਬਕ ਮੌਜੂਦਾ ਸਮੇਂ ਵਿੱਚ ਮੰਤਰਾਲਾ ਡਰੋਨ ਅਤੇ ਹਲਕੇ ਸਪੋਰਟਸ 에ਅਰਕ੍ਰਾਫਟ ਸਮੇਤ ਡਰੋਨ ਦੇ ਮਾਲਕਾਂ ਅਤੇ ਇਸ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਸਾਰੇ ਫਲਾਈਂਗ ਆਪਰੇਸ਼ਨ ਤੇ ਰੋਕ ਲਗਾ ਰਿਹਾ ਹੈ। ਰਿਪੋਰਟ ਮੁਤਾਬਕ ਹੁਕਮ 'ਚ ਕਿਹਾ ਗਿਆ ਹੈ ਕਿ 1 ਮਹੀਨੇ ਤੱਕ ਲੱਗੀ ਇਸ ਪਾਬੰਦੀ ਦੌਰਾਨ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਤੇ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਏਗੀ। ਮੰਤਰਾਲਾ ਨੇ ਕਿਹਾ ਕਿ ਇਹ ਹੁਕਮ ਹਾਲ ਹੀ ਵਿੱਚ ਹੋਈਆਂ ਗਤੀਵਿਧੀਆਂ ਤੋਂ ਬਾਅਦ ਲਿਆ ਗਿਆ ਹੈ। ਹੁਕਮ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੰਮ ਲਈ ਡਰੋਨ ਉਡਾਉਣ ਦੀ ਜ਼ਰੂਰਤ ਹੈ, ਉਹਨਾਂ ਨੂੰ ਅਧਿਕਾਰੀਆਂ ਤੋਂ ਮਨਜ਼ੂਰੀ ਲੈਣੀ ਪਏਗੀ। ਦੱਸਣਯੋਗ ਹੈ ਕਿ ਬੀਤੇ ਦਿਨੀ ਹੂਤੀ ਬਾਗੂਆਂ ਵੱਲੋਂ ਆਬੂ ਧਾਬੀ 'ਚ ਤੇਲ ਟੈਂਕਰਾਂ ਅਤੇ 에ਅਰਪੋਰਟ ਤੇ ਕੀਤੇ ਗਏ ਹਮਲੇ 'ਚ 3 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ 6 ਲੋਕ ਜ਼ਖਮੀ ਹੋਏ। ਸੰਯੁਕਤ ਅਰਬ ਅਮੀਰਾਤ ਸਾਊਦੀ ਦੀ ਅਗਵਾਈ ਵਾਲੇ ਫੌਜੀ ਗੱਠਜੋੜ ਦਾ ਹਿੱਸਾ ਹੈ, ਜੋ ਈਰਾਨ ਸਮਰਥ ਹੂਤੀਆਂ ਦੇ ਖਿਲਾਫ ਯਮਨ ਦੀ ਸਰਕਾਰ ਦਾ ਸਮਰਥਨ ਕਰਦਾ ਹੈ। ਭਾਰਤੀ ਸ਼ਰਧਾਲੂਆਂ ਦੇ ਜਨਵਰੀ ਦੇ ਸ਼ੁਰੂ ਵਿੱਚ ਹਵਾਈ ਮਾਰਗ ਰਾਹੀਂ ਪਾਕਿਸਤਾਨ ਪਹੁੰਚਣ ਤੋਂ ਬਾਅਦ ਪਾਕਿਸਤਾਨੀ ਸੈਲਾਨੀ 2075 ਸਾਲਾਂ 'ਚ ਪਹਿਲੀ ਵਾਰ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੀ ਵਿਸ਼ੇਸ਼ ਉਡਾਨ ਰਾਹੀਂ 29 ਜਨਵਰੀ ਨੂੰ ਭਾਰਤ ਲਈ ਉਡਾਨ ਭਰਨਗੇ। ਹੁਣ ਤੱਕ ਸ਼ਰਧਾਲੂ ਜਾਂ ਸੈਲਾਨੀ ਪੈਦਲ ਜਾਂ ਸਮਝੌਤਾ ਐਕਸਪ੍ਰੈਸ ਰਾਹੀਂ ਇੱਕ ਦੂਜੇ ਦੇ ਦੇਸ਼ ਵਿੱਚ ਜਾਂਦੇ ਸਨ। ਮੈਂਬਰ ਨੈਸ਼ਨਲ ਅਸੈਂਬਲੀ ਅਤੇ ਪਾਕਿਸਤਾਨ ਹਿੰਦੂ ਪਰਿਸ਼ਦ ਦੇ ਪ੍ਰਧਾਨ ਰਮੇਸ਼ ਕੁਮਾਰ ਮੁਤਾਬਕ PIEA ਅਤੇ 에ਅਰ ਇੰਡੀਆ ਵਿਚਾਲੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਧਾਰਮਿਕ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਾ ਹੋਇਆ ਸੀ। ਸਮਝੌਤੇ ਮੁਤਾਬਕ ਦੋਵੇਂ 에ਅਰਲਾਈਨਸ ਇਸ ਸੰਬੰਧ ਵਿੱਚ ਵਿਸ਼ੇਸ਼ ਉਡਾਨ ਚਲਾਉਣਗੀਆਂ। ਪਾਕਿਸਤਾਨੀ ਸੈਲਾਨੀਆਂ ਦਾ ਇੱਕ ਸਮੂਹ 29 ਜਨਵਰੀ ਨੂੰ ਲਾਹੌਰ ਹਵਾਈ ਅੱਡੇ ਤੋਂ ਰਵਾਨਾ ਹੋਏਗਾ ਅਤੇ 1 ਫਰਵਰੀ ਨੂੰ ਵਾਪਸ ਪਾਕਿਸਤਾਨ ਪਰਤੇਗਾ। 3 ਦਿਨਾਂ ਦੌਰੇ ਦੌਰਾਨ ਸਮੂਹ ਅਜਮੇਰ ਸ਼ਰੀਫ, ਜੈਪੁਰ, ਆਗਰਾ, ਮਥੁਰਾ, ਹਰਿਦੁਆਰ ਅਤੇ ਦਿੱਲੀ ਵਿੱਚ ਹਜ਼ਰਤ ਨਿਜ਼ਾਮੁਦੀਨ ਔਲੀਆ ਦੇ ਸੂਫੀ ਸੰਤ ख्वाजा माइनुद्दीन चिश्ती ਦੇ ਦਰਗਾਹਾਂ ਤੇ ਦਰਸ਼ਨ ਕਰੇਗਾ। ਡਾਕਟਰ ਰਮੇਸ਼ ਨੇ ਕਿਹਾ ਕਿ ਯਾਤਰਾ ਲਈ ਹਰੇਕ ਸ਼ਰਧਾਲੂ $1500 ਖਰਚ ਕਰਨੇ ਪੈਣਗੇ। ਜੇਕਰ ਉਹ ਆਗਰਾ ਤੇ ਦਿੱਲੀ 'ਚ ਰਹਿਣ ਦੌਰਾਨ ਵੱਖਰਾ ਕਮਰਾ ਚਾਹੁੰਦੇ ਨੇ ਤਾਂ ਇਸ ਦੇ ਲਈ ਉਹਨਾਂ ਨੂੰ $200 ਲਗਭਗ $15000 ਵਾਧੂ ਦੇਣੇ ਪੈਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ 1974 'ਚ ਹੋਏ ਸਮਝੌਤੇ ਅਨੁਸਾਰ ਸ਼ਰਧਾਲੂ ਦੋਵੇਂ ਦੇਸ਼ਾਂ ਦੇ ਧਾਰਮਿਕ ਸਥਾਨਾਂ ਤੇ ਦਰਸ਼ਨ ਕਰ ਸਕਦੇ ਨੇ। ਵਕਫ ਪ੍ਰਾਪਰਟੀ ਬੋਰਡ ਅਤੇ ਧਾਰਮਿਕ ਮਾਮਲਿਆਂ ਦਾ ਮੰਤਰਾਲਾ ਸ਼ਰਧਾਲੂਆਂ ਦੀ ਆਵਾਜਾਈ ਲਈ ਪ੍ਰਬੰਧ ਕਰਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਆਵਾਜਾਈ ਲਈ ਅਜੇ ਵੀ ਹਵਾਈ ਸੰਪਰਕ ਉਪਲਬਧ ਨਹੀਂ ਹੈ। ਸਮਝੌਤਾ ਐਕਸਪ੍ਰੈਸ ਰੇਲ ਗੱਡੀ ਭਾਰਤ ਵਾਲੇ ਪਾਸੇ ਦਿੱਲੀ ਤੋਂ ਅਟਾਰੀ ਤੱਕ ਅਤੇ ਪਾਕਿਸਤਾਨ ਵਾਲੇ ਪਾਸੇ ਲਾਹੌਰ ਤੋਂ ਵਾਘਾ ਤੱਕ ਚੱਲਦੀ ਹੈ। 1974 ਦੀ ਭਾਰਤ ਪਾਕਿਸਤਾਨ ਪ੍ਰੋਟੋਕਾਲ ਔਨ ਵਿਜ਼ਿਟ ਟੂ ਰਿਲੀਜੀਅਸ ਪਲੇਸ ਮੈਗਨੀਜ਼ਮ ਦੇ ਤਹਿਤ ਭਾਰਤ ਤੋਂ ਵੱਡੀ ਗਿਣਤੀ 'ਚ ਸਿੱਖ ਸ਼ਰਧਾਲੂ ਪਾਕਿਸਤਾਨ 'ਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਨੇ। ਇਸੇ ਤਰ੍ਹਾਂ ਪਾਕਿਸਤਾਨੀ ਨਾਗਰਿਕ ਵੀ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਭਾਰਤ ਆਉਂਦੇ ਨੇ। ਬੀਤੇ ਦਿਨ ਐਡਮਿੰਟਨ ਡਰੱਗ ਅਤੇ ਗੈਂਗ ਇਨਫੋਰਸਮੈਂਟ ਵੱਲੋਂ ਲੰਬੀ ਚੱਲੀ ਇਨਵੈਸਟੀਗੇਸ਼ਨ ਦੇ ਤਹਿਤ 3 ਨੌਜਵਾਨਾਂ ਅਤੇ 1 ਔਰਤ ਨੂੰ ਨਸ਼ੇ ਅਤੇ ਗੈਰ ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। गिरफ्तार किए गए कथित दोषियों की पछाण प्रभजीत सिंह चैनियाणा, गुरकमल परमार, कुलविंदर सिंह ਅਤੇ गुनीत बराड़ वजों की गई है। इन्हां कथित दोषियों ਦੀਆਂ गिरफ्तारियां पिछले समय दौरान होईयां ने ਅਤੇ इन्हां कोलों पुलिस ने ड्रग्स ਅਤੇ हथियार बरामद करने की गल कही है। कनेडा के मॉन्ट्रियल शहर के 3 कालजां ने खुद नूं दिवालिया ऐलान के विदेश गए सैकड़े पंजाबी ते भारतीय विद्यार्थियों के भविख नूं खतरे च पा दिता है। जगराऊं तो पढ़ाई लई मॉन्ट्रियल गए वरुण खन्ना, जो लोक आगू कंवलजीत सिंह खन्ना के पुत्र ने दस्सिया कि मॉन्ट्रियल के 3 कालजां एम कॉलेज, CDE ਅਤੇ CCSQ ਚ ਭਾਰਤ ਦੇ ਹਜ਼ਾਰਾਂ ਵਿਦਿਆਰਥੀ ਲੱਖਾਂ ਡਾਲਰ ਫੀਸ ਭਰ ਕੇ ਦਾਖਲਾ ਲਿਆ ਸੀ ਅਤੇ ਮੌਜੂਦਾ ਸਮੇਂ ਆਨਲਾਈਨ ਪੜ੍ਹਾਈ ਕਰ ਰਹੇ ਸਨ। ਇਸ ਦੌਰਾਨ ਇਹਨਾਂ ਤਿੰਨਾਂ ਕਾਲਜਾਂ ਦੇ 2 ਮਾਲਕਾਂ ਨੇ ਆਪਣੇ ਤਿੰਨੇ
ਕਾਲਜਾਂ ਦੇ ਦਿਵਾਲੀਆ ਹੋਣਾ ਦਿਖਾ ਕੇ ਇੱਕ ਵੱਡੀ ਧੋਖਾਧੜੀ ਨੂੰ ਅੰਜਾਮ ਦਿੱਤਾ। ਹਾਲਾਂਕਿ ਇਹਨਾਂ ਚੋਂ ਇੱਕ ਮਾਲਕ ਕੈਰਲ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਦੋਂ ਕਿ ਦੂਸਰਾ ਮਾਲਕ ਨਵੀਨ ਫਰਾਰ ਹੈ। ਆਪਣੇ ਭਵਿੱਖ ਤੇ ਕਰੋੜਾਂ ਰੁਪਏ ਦੇ ਨੁਕਸਾਨ ਨੂੰ ਲੈ ਕੇ ਵੱਡੀ ਗਿਣਤੀ 'ਚ ਪੀੜਤ ਵਿਦਿਆਰਥੀ ਮੌਂਟਰੀਅਲ ਵਿਖੇ ਇਕੱਠੇ ਹੋਏ ਤੇ ਨਾਅਰੇਬਾਜ਼ੀ ਕਰਦਿਆਂ ਇਸ ਧੋਖਾਧੜੀ ਖਿਲਾਫ ਰੋਸ ਪ੍ਰਗਟਾਇਆ। ਵਿਦਿਆਰਥੀਆਂ ਮੁਤਾਬਕ ਉਹਨਾਂ ਪੰਜਾਬ 'ਚ ਰਹਿਲ ਸਰਵਿਸ, ਕੈਨੇਡਾ ਕੈਨਮ ਸਰਵਿਸ ਸਮੇਤ ਕਈ ਹੋਰ ਏਜੰਟਾਂ ਰਾਹੀਂ ਸਟੂਡੈਂਟ ਵੀਜ਼ਾ ਲਈ ਅਪਲਾਈ ਕੀਤਾ ਸੀ। ਐਤਵਾਰ ਨੂੰ ਹੋਈ ਮੀਟਿੰਗ ਧੋਖਾਧੜੀ ਦੇ ਸ਼ਿਕਾਰ ਤਿੰਨਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਹੱਕਾਂ ਲਈ 13 ਮੈਂਬਰੀ ਕਮੇਟੀ 'ਚ ਚੋਣ ਕੀਤੀ ਗਈ। ਇਹ ਕਮੇਟੀ ਆਉਣ ਵਾਲੇ ਦਿਨਾਂ 'ਚ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਨਾਂ ਹੇਠ ਆਪਣਾ ਪ੍ਰੋਗਰਾਮ ਦੇਗੀ। ਇਸ ਮੀਟਿੰਗ 'ਚ ਕੈਨੇਡਾ ਤੇ ਭਾਰਤ ਦੇ ਵਿਦਿਆਰਥੀਆਂ ਤੇ ਇਨਸਾਫ ਪਸੰਦ ਲੋਕਾਂ ਨੂੰ ਧੋਖਾਧੜੀ ਦੇ ਸ਼ਿਕਾਰ ਵਿਦਿਆਰਥੀਆਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ। ਰੂਸ ਅਤੇ ਯੂਕਰੇਨ ਦੇ ਵਿੱਚ ਵੱਧਦੇ ਤਣਾਅ ਅਤੇ ਜੰਗ ਦੇ ਹਾਲਾਤ ਦੇ ਮੱਦੇਨਜ਼ਰ ਅਮਰੀਕੀ ਵਿਦੇਸ਼ ਵਿਭਾਗ ਨੇ ਦੋਵਾਂ ਦੇਸ਼ਾਂ ਵਿੱਚ ਸਥਿਤ ਅਮਰੀਕੀ ਐਮਬੈਸੀ ਨੂੰ ਆਪਣੇ ਪਰਿਵਾਰਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸੀ ਸੈਨਿਕ ਕਾਰਵਾਈ ਦੇ ਲਗਾਤਾਰ ਖਤਰੇ ਦੇ ਕਾਰਨ ਯੂਕਰੇਨ ਅਤੇ ਰੂਸ ਦੇ ਅਮਰੀਕੀ ਦੂਤਘਰ ਤੋਂ ਪਰਿਵਾਰਾਂ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿੱਤਾ ਗਿਆ। ਯੂਕਰੇਨ ਸਥਿਤ ਅਮਰੀਕੀ ਐਮਬੈਸੀ ਨੇ ਆਪਣੇ ਟਰੈਵਲ ਐਡਵਾਈਜ਼ਰੀ ਵਿੱਚ ਕਿਹਾ ਕਿ ਰੂਸ ਦੀ ਸੈਨਿਕ ਕਾਰਵਾਈ ਅਤੇ ਕੋਵਿਡ-19 ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਅਮਰੀਕੀ ਨਾਗਰਿਕ ਯੂਕਰੇਨ ਦੀ ਯਾਤਰਾ ਨਾ ਕਰਨ, ਅਪਰਾਧ ਅਤੇ ਅਸ਼ਾਂਤੀ ਦੇ ਖੇਤਰ ਨੂੰ ਦੇਖਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਚੌਕਸੀ ਵਰਤਣ, ਕ੍ਰੀਮੀਆ, ਡੋਨੇਟਸਕ ਅਤੇ ਲੁਹਾਨਸਕ ਦੇ ਕੁਝ ਇਲਾਕਿਆਂ 'ਚ ਜ਼ਿਆਦਾ ਚੌਕਸੀ ਰੱਖਣ ਦੀ ਜ਼ਰੂਰਤ ਹੈ। ਅਮਰੀਕਾ ਨੂੰ ਲੱਗਦਾ ਹੈ ਕਿ ਰੂਸ ਜਲਦ ਹੀ ਯੂਕਰੇਨ ਤੇ ਹਮਲਾ ਕਰ ਸਕਦਾ ਹੈ। ਬੀਤੇ ਦਿਨੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਸੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਯੂਕਰੇਨ ਵਿੱਚ ਦਖਲ-ਅੰਦਾਜ਼ੀ ਕਰਨਗੇ, ਲੇਕਿਨ ਉਹਨਾਂ ਨੇ ਜੰਗ ਤੋਂ ਬਚਣਾ ਚਾਹੀਦਾ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।